ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਗੱਲ ਕਰਨ ਜਾ ਰਹੇ ਹਾਂ ਅਸੀਂ ਬਾਲੀਵੁੱਡ ਦੀ ਇੱਕ ਅਜਿਹੀ ਹਸਤੀ ਦੀ ਜਿਨ੍ਹਾਂ ਨੂੰ ਤੁਸੀਂ ਸਾਰੇ ਬਖੂਬੀ ਜਾਣਦੇ ਹੋ, ਪਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇੰਡੀਆ ਲਈ ਕੀ ਮਾਇਨੇ ਰੱਖਦੀ ਹੈ, ਓਵਰਆਲ ਵਰਲਡ ਵਾਸਤੇ ਕੀ ਮਾਇਨੇ ਰੱਖਦੀ ਹੈ, ਕੀ ਉਹਨਾਂ ਦੀ ਦੇਣ ਹੈਗੀ ਹੈ, ਇਸ ਸੰਬੰਧੀ ਗੱਲ ਕਰਾਂਗੇ। ਜੀ ਹਾਂ, ਕਰੀਨਾ ਕਪੂਰ ਦੇ ਉੱਤੇ ਜਿਹੜੀ ਹੈ ਇੱਕ ਬੁੱਕ ਰਿਲੀਜ਼ ਹੋਣ ਜਾ ਰਹੀ ਹੈ ਔਰ ਇਹ ਕਿਤਾਬ ਜਿਹੜੀ ਹੈ ਇਹਦਾ ਸਾਰਾ ਲਿਖਣ ਦਾ ਔਰ ਜਿੰਨਾ ਕੁਛ ਵਿੱਚ ਤਜਰਬਾ ਜਿਹੜਾ ਹੈ ਉਹ ਸਾਂਝਾ ਕੀਤਾ ਗਿਆ, ਉਹਦਾ ਸਿਹਰਾ ਜਾਂਦਾ ਹੈ ਗੁਰਪ੍ਰੀਤ ਸਿੰਘ ਹੋਰਾਂ ਨੂੰ। ਔਰ ਗੁਰਪ੍ਰੀਤ ਜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਗੁਰਪ੍ਰੀਤ ਜੀ, ਮੈਂ ਇਹ ਬੁੱਕ ਤਾਂ ਮੇਰੇ ਹੱਥ ਦੇ ਵਿੱਚ ਹੈ, ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਦਿਖਾ ਦਾਂ ਕਿ ਇਸ ਬੁੱਕ ਦਾ ਜਿਹੜਾ ਨਾਮ ਹੈ ਨਾਜ਼ਰੀਨ ਟੂ ਨੈਣਾ, ਇਹ ਤੁਸੀਂ ਦੇਖ ਸਕਦੇ ਹੋ। ਸੇ ਕਰੀਨਾ ਕਪੂਰ ਦੀ ਜ਼ਿੰਦਗੀ ਦੇ ਦੀਆਂ ਜਿਹੜੀਆਂ ਮੇਨ ਚੀਜ਼ਾਂ ਨੇ ਉਹਨਾਂ ਦੇ ਉੱਤੇ ਆਧਾਰਿਤ ਇਹ ਬੁੱਕ ਹੈਗੀ ਹੈ। ਗੁਰਪ੍ਰੀਤ ਜੀ, ਇਹ ਸਭ ਤੋਂ ਪਹਿਲਾਂ ਤਾਂ ਇਹ ਬੁੱਕ ਤੁਸੀਂ ਲਿਖੀ ਹੈਗੀ ਹੈ, ਜਿਹੜੀ ਤੁਸੀਂ ਪਹਿਲਾਂ ਵੀ ਬੁੱਕ ਆਪਣੀਆਂ ਕੁਛ ਨਾ ਕੁਛ ਤੁਸੀਂ ਲਿਖਦੇ ਰਹਿੰਦੇ ਹੋ, ਔਰ ਇਹ ਬੁੱਕ ਜਿਹੜੀ ਹੈ ਤੁਸੀਂ ਸਪੈਸ਼ਲੀ ਇਸ ਬੁੱਕ ਨੂੰ ਲਿਖਣ ਲਈ ਕਰੀਨਾ ਕਪੂਰ ਨੂੰ ਹੀ ਕਿਉਂ ਚੂਜ਼ ਕੀਤਾ ਇਸ ਵਾਰ, ਕਿ ਕਰੀਨਾ ਕਪੂਰ ਦੇ ਉੱਤੇ ਤੁਸੀਂ ਕਿਤਾਬ ਲਿਖਣਾ ਚਾਹੁੰਦੇ ਹੋ? ਸ਼ਹਿਰੀ ਜੀ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਚੈਨਲ ਪੰਜਾਬੀ ਦਾ ਕਿ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਗੱਲਬਾਤ ਕਰਨ ਲਈ। ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਆਹ ਕਿਤਾਬ ਹੈ ਇਕੱਲੀ ਕਰੀਨਾ ਕਪੂਰ ਖਾਨ ਦੀ ਆਪਣੀ ਨਿੱਜੀ ਕਹਾਣੀ ਨਹੀਂ ਹੈ, ਇਹ ਉਸ ਦੀ ਬਾਇਓਗ੍ਰਾਫੀ ਨਹੀਂ ਹੈ। ਇਹ ਜਿਹੜਾ ਉਸਨੇ ਅਭਿਨੈ ਕੀਤਾ ਜਾਂ ਜਿਹੜਾ ਉਸਦਾ ਹੁਣ ਤੱਕ ਦਾ ਰੋਲ ਰਿਹਾ ਸਮਾਜ ਵਾਸਤੇ ਜਾਂ ਆਪਣੇ ਵਾਸਤੇ ਵੀ, ਉਸ ਨੂੰ ਇੱਕ ਵੱਡੇ ਪਰਿਪੇਖ 'ਚ ਰੱਖ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਬਾਲੀਵੁੱਡ ਵਿੱਚ ਅਸੀਂ ਵੇਖ ਰਹੇ ਹਾਂ ਕਿ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਜਿਹੜਾ ਭਾਰਤ ਵਿੱਚ ਸਿਆਸੀ ਮਾਹੌਲ ਦੇ ਚੱਲਦੇ ਆ, ਇੰਨਾ ਜ਼ਿਆਦਾ ਉੱਥੇ ਮਤਲਬ ਜ਼ਹਿਰ ਉਗਲੀ ਜਾ ਰਹੀ ਹੈ। ਮੁਸਲਿਮ ਜਿਹੜੇ ਐਕਟਰ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਆਰੀਅਨ ਖਾਨ ਦੀ ਗ੍ਰਿਫਤਾਰੀ ਹੋਈ, ਦੇਖੋ ਉਸਦੇ ਬਾਪ ਸ਼ਾਹਰੁਖ ਖਾਨ ਬਾਰੇ ਕੀ ਕੁਝ ਕਿਹਾ ਗਿਆ, ਕੰਗਨਾ ਰਣੌਤ ਕੀ ਕਰ ਰਹੀ ਹੈ, ਵੀਰਦਾਸ ਨਾਲ ਕੀ ਹੋਇਆ। ਸੋ ਬਾਲੀਵੁੱਡ 'ਚ ਕੀ ਹੋ ਰਿਹਾ, ਭਾਰਤ ਦੇ ਮੌਜੂਦਾ ਹਾਲਾਤ ਦਾ ਉਸ 'ਤੇ ਕਿਵੇਂ ਅਸਰ ਪਿਆ, ਇਹ ਉਹ ਕਹਾਣੀ ਹੈ। ਸੋ ਕਰੀਨਾ ਕਪੂਰ ਖਾਨ ਕਿਉਂਕਿ ਖੁਦ ਇੱਕ ਹਿੰਦੂ ਭਾਈਚਾਰੇ 'ਚ ਜੰਮੀ ਪਲੀ ਔਰ ਉਸਨੇ ਇੱਕ ਮੁਸਲਿਮ ਜਿਹੜੇ ਐਕਟਰ ਨਾਲ ਵਿਆਹ ਕੀਤਾ, ਆਪਣਾ ਨਾਂ ਵੀ ਖਾਨ ਰੱਖਿਆ, ਜਿਹੜੇ ਬੱਚਿਆਂ ਦੇ ਨਾਂ ਉਸਨੇ ਰੱਖੇ ਤੈਮੂਰ ਜਾਂ ਜੇ, ਉਸ ਨੂੰ ਲੈ ਕੇ ਜਿਹੜਾ ਇਹ ਉਸ ਇਲਜ਼ਾਮ ਲਾਇਆ ਗਿਆ ਕਿ ਲਵ ਜਿਹਾਦ ਹੋ ਰਿਹਾ ਹੈ ਜਾਂ ਇਹ ਜਿਹੜੀ ਔਰਤ ਪਾਕਿਸਤਾਨ ਚਲੀ ਜਾਵੇ, ਜਾਂ ਆਸਿਫਾ ਨਾਂ ਦੀ ਬੱਚੀ ਲਈ ਖੜੀ ਹੋਈ ਜਿਸ ਦਾ ਬਲਾਤਕਾਰ ਤੇ ਕਤਲ ਹੋਇਆ ਸੀਗਾ। ਸੋ ਇਸਨੇ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਵੀ ਅਦਾ ਕੀਤੀਆਂ ਨੇ, ਪਰ ਉਸ 'ਤੇ ਗੱਲ ਬਹੁਤ ਘੱਟ ਹੋਈ ਹੈ। ਮੈਂ ਲੁਕੋ ਨਹੀਂ ਰੱਖਣਾ ਚਾਹੁੰਦਾ, ਮੈਂ ਕਰੀਨਾ ਕਪੂਰ ਦਾ ਬਹੁਤ ਵੱਡਾ ਫੈਨ ਹਾਂ, ਪਰ ਮੈਂ ਕੋਵਿਡ-19 ਦੇ ਮੰਦਰਨਜ਼ਰ ਕੋਸ਼ਿਸ਼ ਕੀਤੀ ਕਿ ਸਾਰੀਆਂ ਫਿਲਮਾਂ ਵੇਖ ਕੇ ਇਸ ਦਾ ਲੇਖਾ ਜੋਖਾ ਕੀਤਾ ਜਾਵੇ। ਜਿਹੜੇ ਕੁਝ ਇਸ ਦੇ ਪੋਲੀਟੀਕਲ ਰੋਲ ਸੀਗੇ ਉਹਨਾਂ 'ਤੇ ਮੈਂ ਜ਼ਿਆਦਾ ਫੋਕਸ ਰੱਖਿਆ। ਜਿਵੇਂ ਦੇਵ ਫਿਲਮ ਜਿਹੜੀ ਕਿ ਗੁਜਰਾਤ ਕਤਲੇਆਮ 'ਤੇ ਆਧਾਰਿਤ ਸੀਗੀ, ਉਸ ਵਿੱਚ ਇਸ ਦੀ ਸਰਵਾਈਵਰ ਦੀ ਭੂਮਿਕਾ ਸੀ, ਉਸ ਨੂੰ ਫੋਕਸ ਰੱਖਿਆ ਗਿਆ। ਬਜਰੰਗੀ ਭਾਈਚਾਰੇ 'ਚ ਇੱਕ ਹਿੰਦੂ ਔਰਤ ਜਿਹੜੀ ਕਿ ਮੁਸਲਿਮ ਪਾਕਿਸਤਾਨੀ ਬੱਚੀ ਦੀ ਬਾਂਹ ਫੜਦੀ ਹੈ, ਉਸ ਨਾਤੇ ਉਸ ਰੋਲ ਦੀ ਜਿਹੜੀ ਅਹਿਮੀਅਤ ਉਸ ਨੂੰ ਵੇਖਿਆ ਗਿਆ। ਸੋ ਉਹ ਸਾਰਾ ਕੁਝ ਲਿਖਾ ਜੋਖਾ ਇਸ ਕਿਤਾਬ ਵਿੱਚ ਕੀਤਾ ਗਿਆ ਤਾਂ ਜੋ ਅੱਜ ਦੇ ਮਾਹੌਲ ਨੂੰ ਸਮਝਿਆ ਜਾ ਸਕੇ। ਅੱਜ ਦੇ ਮਾਹੌਲ ਨੂੰ ਸਮਝਾਉਣ ਦੇ ਲਈ ਠੀਕ ਹੈ, ਕੋਈ ਨਾ ਕੋਈ ਐਗਜ਼ਾਮਪਲ ਚਾਹੀਦੀ ਹੁੰਦੀ ਹੈ, ਪਰ ਲਾਈਕ ਜੇ ਤੁਸੀਂ ਹੁਣ ਕਰੀਨਾ ਕਪੂਰ ਖਾਨ ਦੇ ਉੱਤੇ ਜਿਹੜੀ ਬੁੱਕ ਲਿਖੀ ਹੈ, ਨੋ ਡਾਊਟ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ, ਕਰੀਨਾ ਕਪੂਰ ਖਾਨ ਦਾ ਇੱਕ ਵਾਕਈ ਸਮਾਜ ਦੇ ਪ੍ਰਤੀ ਵੀ ਇੱਕ ਬਹੁਤ ਵੱਡਾ ਰੋਲ ਹੈ ਔਰ ਇੱਕ ਵੂਮਨਸ ਲਈ ਬਹੁਤ ਵੱਡੇ ਚੈਲੰਜਸ ਹੁੰਦੇ ਨੇ ਜਦੋਂ ਉਹਨਾਂ ਨੂੰ ਫੇਸ ਕਰਨਾ ਪੈਂਦਾ, ਸਪੈਸ਼ਲੀ ਉਹ ਫੈਨਸ ਜਿਹੜੇ ਜਿਨ੍ਹਾਂ ਤੋਂ ਹਮੇਸ਼ਾ ਵਾਹੀ ਖੱਟਣ ਦੀ ਹੀ ਆਦਤ ਪਈ ਹੋਵੇ, ਬਾਲੀਵੁੱਡ ਐਕਟਰ ਜਿਹੜੇ ਹੁੰਦੇ ਨੇ ਉਹਨਾਂ ਨੂੰ, ਤੇ ਜਦੋਂ ਉਹ ਅਗੇਂਸਟ ਹੋਣਾ ਸ਼ੁਰੂ ਹੋ ਜਾਣ ਜਾਂ ਫਿਰ ਇੱਦਾਂ ਦਾ ਮੁੱਦਾ ਹੈਗਾ ਕਿ ਜਦੋਂ ਇੱਕ ਵਾਰੀ ਛਿੜ ਜਾਏ, ਕਿਉਂਕਿ ਹਮੇਸ਼ਾ ਜਾਤ ਪਾਤ ਧਰਮ ਦੇ ਨਾਮ ਦੇ ਉੱਤੇ ਜਿਹੜੀ ਵੱਖਰੇ ਕਿਸਮ ਦੀ ਸਿਆਸਤ ਜਿਹੜੀ ਉਹ ਚੱਲਦੀ ਰਹਿੰਦੀ ਹੈ, ਤੇ ਜਦੋਂ ਐਕਟਰ ਇਸ ਦੇ ਵਿੱਚ ਘਿਰ ਜਾਂਦੇ ਨੇ ਤੇ ਉਹਨਾਂ ਲਈ ਬੜਾ ਮੁਸ਼ਕਿਲ ਹੋ ਜਾਂਦਾ ਜਵਾਬ ਦੇਣਾ। ਸੋ ਇਸ ਰੋਲ ਨੂੰ ਅਸੀਂ ਇੱਥੇ ਕੈਨੇਡਾ ਦੇ ਵਿੱਚ ਬੈਠੇ ਹਾਂ, ਤੁਸੀਂ ਕਿਵੇਂ ਦੇਖਦੇ ਹੋ? ਹੁਣ ਇਹ ਨਵਾਂ ਇੱਕ ਮੁੱਦਾ ਛੇੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੈਨੂੰ ਲੱਗਦਾ ਫਿਰ ਵੀ ਇਹ ਕਿਤੇ ਨਾ ਕਿਤੇ ਉਨੀ ਤੂਲ ਨਹੀਂ ਫੜ ਪਾਇਆ ਜਿੰਨੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਮੁੱਦੇ ਨੂੰ ਤੂਲ ਦੇਣ ਦੀ। ਸੋ ਜਿਹੇ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਬੁੱਕ ਦੇ ਜ਼ਰੀਏ, ਤੁਸੀਂ ਜੋ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ, ਵਾਕਈ ਤੁਹਾਨੂੰ ਲੱਗਦਾ ਸਾਰਿਆਂ ਤੱਕ ਪਹੁੰਚ ਜਾਏਗਾ ਉਹ ਮੈਸੇਜ? ਦੇਖੋ, ਪਹੁੰਚਣਾ ਚਾਹੀਦਾ। ਸਾਡੀਆਂ ਛੋਟੀ ਕੋਸ਼ਿਸ਼ਾਂ ਜਾਰੀ ਨੇ। ਇੱਕ ਤਾਂ ਜਦੋਂ ਕਿਤਾਬ ਇਹ ਲਿਖੀ ਗਈ ਤੇ ਜਿਹੜਾ ਪਹਿਲਾ ਪ੍ਰਕਾਸ਼ਕ ਸੀਗਾ ਉਹ ਪਿੱਛੇ ਹਟ ਗਿਆ। ਉਸ ਦਾ ਕਹਿਣਾ ਸੀ ਕਿ ਸਿਆਸੀ ਜਿਹੜੇ ਹਵਾਲੇ ਨੇ ਵਿੱਚੋਂ ਹਟਾਏ ਜਾਣ। ਮੈਨੂੰ ਕਹਿਣਾ ਪਿਆ ਕਿ ਜੇ ਸਿਆਸੀ ਹਵਾਲੇ ਹਟਾਤੇ ਫਿਰ ਕਿਤਾਬ ਮੈਂ ਕਿਉਂ ਲਿਖ ਰਿਹਾ, ਕਿਉਂਕਿ ਮੈਂ ਤਾਂ ਸਿਆਸੀ ਦ੍ਰਿਸ਼ਟੀਕੋਣ ਤੋਂ ਲਿਖ ਰਿਹਾ ਨਾ, ਕੋਈ ਮੁਹੱਬਤ ਜਾਂ ਇਸ਼ਕ ਮੁਸ਼ਕ ਦੀ ਗੱਲਾਂ ਤਾਂ ਇਹ 'ਚ ਹੈ ਨਹੀਂ ਗੀਆਂ। ਪਰ ਉਹ ਗੱਲ ਉਹਦੇ ਮਤਲਬ ਉਸ ਹਿੰਮਤ ਨਹੀਂ ਸੀ ਛਾਪਣ ਦੀ, ਇਸ ਕਰਕੇ ਮੈਂ ਇਹ ਇਰਾਦਾ ਕੀਤਾ ਕਿ ਮੈਂ ਇਸ ਦੇ ਕੋਲੋਂ ਕਿਤਾਬ ਨਹੀਂ ਛਪਾਉਣੀ। ਅਖੀਰ ਸਤੀਸ਼ ਗੁਲਾਟੀ ਚੇਤਨਾ ਵਾਲੇ ਉਹ ਮੂਰੇ ਹੋਏ, ਉਹਨਾਂ ਨੇ ਕਿਤਾਬ ਦੀ ਜ਼ਿੰਮੇਵਾਰੀ ਲਈ, ਉਹਨਾਂ ਨੇ ਕੋਈ ਇਸ ਵਿੱਚ ਤੋੜ ਮੋੜ ਨਹੀਂ ਕੀਤੀ, ਨਾ ਚੇਂਜ ਕੀਤਾ। ਸੋ ਸਾਰਾ ਕੁਝ ਇਨ ਬਿਨ ਪੇਸ਼ ਕੀਤਾ ਗਿਆ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਖਾਸ ਤੌਰ 'ਤੇ ਅਸੀਂ ਜਿੱਥੇ ਬਾਹਰ ਰਹਿ ਰਹੇ ਹਾਂ, ਜਿਵੇਂ ਕਿ ਸਰਲੇਖ ਦੱਸਦਾ ਫਰੋਮ ਨਾਜ਼ਰੀਨ ਟੂ ਨੈਣਾ, ਜਿਹੜਾ ਪਹਿਲਾ ਇਹਦਾ ਕਿਰਦਾਰ ਸੀਗਾ ਉਹ ਨਾਜ਼ਰੀਨ ਨਾਂ ਦੀ ਇੱਕ ਔਰਤ ਦਾ ਸੀ, ਜਿਹੜੀ ਕਿ ਇੱਕ ਬਿਹਾਰੀ ਮੁਸਲਿਮ ਔਰਤ, ਜਦੋਂ ਵੰਡ ਹੋਈ ਮੁਲਕ ਦੀ ਤੇ ਉਹ ਪਰਿਵਾਰ ਕਿਵੇਂ ਉੱਜੜ ਗਿਆ ਜਾਂ ਬਿਲਕੁਲ ਰਿਫਿਊਜੀ ਪਰਿਵਾਰ ਬਣ ਗਿਆ। ਉਹ ਰਿਫਿਊਜੀ ਜਿਹੜੇ ਨੇ ਅੱਜ ਦੀ ਦੁਨੀਆ 'ਚ ਭਟਕਦੇ ਫਿਰਦੇ ਆ। ਸੋ ਉਹ ਕਹਾਣੀ ਦੁਨੀਆ ਲਈ ਵੀ ਬਹੁਤ ਮਾਇਨਾ ਰੱਖਦੀ ਹੈ। ਸੋ ਉਹ ਕਹਾਣੀ ਵੇਖਣੀ ਬਹੁਤ ਜ਼ਰੂਰੀ ਹੈ, ਫਿਲਮ ਵੇਖਣੀ ਜ਼ਰੂਰੀ ਹੈ ਕਿ ਜਿਵੇਂ ਉਹ ਅਖੀਰ ਵਿੱਚ ਆਪਣੇ ਬੱਚੇ ਨੂੰ ਸਰਹੱਦ ਦੇ ਉੱਤੇ ਵੱਟ 'ਤੇ ਜਨਮ ਦਿੰਦੀ ਹੈ, ਨੋ ਮੈਨਸ ਲੈਂਡ ਦੇ ਵਿੱਚ, ਉਹ ਬਹੁਤ ਵੱਡਾ ਸੰਕੇਤ ਸੀਗਾ। ਫਿਰ ਨਾਲ ਦੀ ਨਾਲ ਮੈਂ ਇਹਦੀ ਤੁਲਨਾ ਕੀਤੀ ਹੈ ਮੇਗਨ ਮਰਕਲ ਦੇ ਨਾਲ। ਮੇਗਨ ਮਰਕਲ ਜਿਹੜੀ ਸ਼ਾਹੀ ਪਰਿਵਾਰ ਵਿੱਚ ਵਿਆਹੀ ਗਈ, ਬਾਅਦ 'ਚ ਉਸਨੇ ਉਸ ਪਰਿਵਾਰ ਨੂੰ ਤਲਾਕ ਦਿੱਤੀ। ਤੁਸੀਂ ਵੇਖੋ ਕਿ ਜਦੋਂ ਸ਼ਾਹੀ ਘਰਾਣੇ 'ਚ ਵਿਆਹ ਹੋਇਆ ਤੇ ਕਿਉਂਕਿ ਉਹ ਅੱਧੀ ਸਿਆਹ ਨਸਲ ਦੀ ਹੈ, ਸੋ ਜੋ ਕੁਛ ਕੂ ਕਲਕਸ ਕਲੈਨ ਵਾਲੇ ਜਾਂ ਗੋਰੇ ਨਸਲਵਾਦੀਆਂ ਵੱਲੋਂ ਉਹਨਾਂ ਬਾਰੇ ਕਿਹਾ ਗਿਆ, ਪਰਿਵਾਰ ਨੂੰ ਕਤਲ ਕਰਨ ਤੱਕ ਦੀ ਕੋਸ਼ਿਸ਼ ਕੀਤੀ ਗਈ, ਉਹ ਲੋਕ ਫੜੇ ਵੀ ਗਏ। ਸੋ ਮੈਂ ਤੁਲਨਾ ਕੀਤੀ ਦੋਨਾਂ ਕੇਸਾਂ ਦੀ।
ਹੁਣ ਉਸ ਮਾਮਲੇ 'ਚ ਮੀਡੀਆ ਨੇ ਇਸ ਨੂੰ ਹਾਈਲਾਈਟ ਕੀਤਾ ਕਿ ਕਿਵੇਂ ਜਿਹੜੇ ਅੰਤਰ ਨਸਲੀ ਵਿਆਹ ਹੋਏ ਇਹਨਾਂ ਦੋ ਜੀਆਂ ਦੇ ਵਿਚਾਲੇ ਤੇ ਔਰ ਨਸਲਵਾਦ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਸੀ। ਪਰ ਕਰੀਨਾ ਕਪੂਰ ਖਾਨ ਜਾਂ ਸੈਫ ਅਲੀ ਖਾਨ ਦੇ ਮਾਮਲੇ 'ਚ ਇੱਕ ਖਾਸ ਕਿਸਮ ਦੀ ਚੁੱਪੀ ਸੀ ਵੇਖਦੇ ਹਾਂ। ਉਹ ਚੁੱਪੀ ਤੋੜਨੀ ਲਾਜ਼ਮੀ ਹੈ ਕਿ ਭਾਰਤ ਵਿੱਚ ਕੀ ਹੋ ਰਿਹਾ ਉਹ ਵੀ ਵੇਖਿਆ ਜਾਵੇ। ਤੁਹਾਨੂੰ ਲੱਗਦਾ ਅਜਿਹੇ ਬਹੁਤ ਸਾਰੇ ਐਕਟਰਾਂ ਦੇ ਨਾਲ ਅਜਿਹਾ ਹੋਣ ਲੱਗ ਗਿਆ। ਪਹਿਲਾਂ ਤਾਂ ਇਹ ਬਾਲੀਵੁੱਡ ਐਕਟਰ ਜਿਹੜੇ ਆ ਬਹੁਤ ਤੌਰ ਦੇ ਉੱਤੇ ਇੱਕ ਸਿਹਰਾ ਬਣਦੇ ਨੇ, ਜਾਂ ਫਿਰ ਇਹ ਕਹਿ ਸਕਦੇ ਕਿਸੇ ਵੀ ਥੀਮ ਦੇ ਉੱਤੇ, ਕਿਸੇ ਵੀ ਸਮਾਜਿਕ ਮੁੱਦੇ ਦੇ ਉੱਤੇ ਕੰਮ ਕਰਨਾ ਜਿਹੜਾ ਹੁੰਦਾ ਹੈ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਜੁੜਿਆ ਨਹੀਂ ਹੁੰਦਾ। ਜੋ ਰੋਲ ਉਹਨਾਂ ਨੂੰ ਮਿਲਦਾ ਉਹਨਾਂ ਨੂੰ ਕਰਨਾ ਪੈਂਦਾ ਹੈ। ਪਰ ਜੇ ਪਰਸਨਲ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਉਛਾਲਿਆ ਜਾ ਰਿਹਾ, ਚਾਹੇ ਉਹ ਕਰੀਨਾ ਕਪੂਰ ਹੈ, ਚਾਹੇ ਸ਼ਾਹਰੁਖ ਖਾਨ ਹੈ, ਲਿਸਟ ਦੇ ਵਿੱਚ ਹੋਰ ਵੜਿਆ ਹੋ ਸਕਦੇ ਸਲਮਾਨ ਖਾਨ, ਸੋ ਬਹੁਤ ਸਾਰੇ ਐਕਟਰ ਇੱਦਾਂ ਦੇ ਨੇ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਐਕਟਰ ਨੇ ਜਾਂ ਇਹ ਆਪਣੀ ਨਿੱਜੀ ਪਰਸਨਲ ਤੇ ਇਹਨਾਂ ਦੀ ਪ੍ਰੋਫੈਸ਼ਨਲ ਲਾਈਫ ਜਿਹੜੀ ਆ ਉਹ ਇੱਕੋ ਮਿੱਕੋ ਹੋ ਜਾਣੀ ਹੈ? ਦੇਖੋ, ਕਿਉਂਕਿ ਇਹ ਲੋਕ ਜਿਹੜੇ ਨੇ ਵੱਡੇ ਪਰਦੇ ਤੇ ਰਹਿੰਦੇ ਆ, ਸੋ ਇਹ ਜ਼ਾਹਿਰਾ ਤੌਰ ਤੇ ਇਹਨਾਂ ਨੂੰ ਪ੍ਰਸ਼ੰਸਾ ਵੀ ਮਿਲੇਗੀ, ਆਲੋਚਨਾ ਵੀ ਹੋਏਗੀ, ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ। ਪਰ ਹਮੇਸ਼ਾ ਇੱਕ ਬੈਲੈਂਸ ਚਾਹੀਦਾ, ਜਿੱਥੇ ਆਲੋਚਨਾ ਕਰਨੀ ਬਣਦੀ ਉੱਥੇ ਕਰੋ। ਮੈਂ ਆਪਣੀ ਕਿਤਾਬ 'ਚ ਸਗੋਂ ਕਰੀਨਾ ਕਪੂਰ ਦੀ ਆਲੋਚਨਾ ਵੀ ਕੀਤੀ ਹੈ। ਪੂਰਾ ਚੈਪਟਰ ਹੈ ਇੱਕ ਜਿਸ ਵਿੱਚ ਉਸਨੂੰ ਕਟੜੇ 'ਚ ਖੜਾਉਣ ਦੀ ਕੋਸ਼ਿਸ਼ ਕੀਤੀ ਗਈ। ਮਿਸਾਲ ਦੇ ਤੌਰ ਤੇ ਕਿਸਾਨੀ ਮੁੱਦੇ ਤੇ ਉਸਦੀ ਚੁੱਪੀ ਜਿਹੜੀ ਰੜਕਦੀ ਹੈ। ਮਿਸਾਲ ਦੇ ਤੌਰ ਤੇ ਰਾਜੀਵ ਗਾਂਧੀ ਦੇ ਨਾਂ ਤੇ ਪੁਰਸਕਾਰ ਉਸਨੇ ਐਕਸੈਪਟ ਕੀਤਾ, ਜਿਹੜਾ ਕਿ 84 ਦੇ ਕਤਲੇਆਮ ਵਿੱਚ ਦੋਸ਼ੀ ਸੀ। ਉਸਨੇ ਸਗੋਂ ਰਾਜੀਵ ਗਾਂਧੀ ਦੀ ਪ੍ਰਸ਼ੰਸਾ ਕੀਤੀ ਉਸ ਮੌਕੇ ਤੇ। ਉਸ ਨੂੰ ਲੈ ਕੇ ਮੈਂ ਸਵਾਲ ਕਿਤਾਬ 'ਚ ਕੀਤੇ। ਸੋ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਵੀ ਵੱਡੀਆਂ ਪਰਸਨੈਲਿਟੀਜ਼ ਨੇ ਉਹਨਾਂ ਨੂੰ ਤੁਸੀਂ ਸਵਾਲ ਵੀ ਕਰੋ, ਆਲੋਚਨਾ ਵੀ ਕਰੋ, ਤੇ ਜੇ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਤਾਂ ਉਹ ਵੀ ਆਪਣੀ ਥਾਂ ਵਾਜਬ ਦੱਸਦੀ, ਲੇਕਿਨ ਜਵਾਬ ਦੇ ਬਣਾਓ, ਚਮਚਾਗਿਰੀ ਨਾ ਕਰੋ। ਜ਼ਰੂਰੀ ਨਹੀਂ ਕਿ ਤੁਸੀਂ ਇੱਕ ਕੈਰੈਕਟਰ ਨੂੰ ਪਸੰਦ ਕਰਦੇ ਹੋ ਤਾਂ ਉਸਦੀ ਤੁਸੀਂ ਭਗਤੀ ਕਰਨੀ ਆ। ਅਫਸੋਸ ਦੀ ਗੱਲ ਹੈ ਕਿ ਬਾਲੀਵੁੱਡ 'ਚ ਸਪੇਸ ਥੁੜਦੀ ਜਾ ਰਹੀ ਹੈ, ਜਿਸ ਵਿੱਚ ਬਹੁਤੇ ਕਲਾਕਾਰਾਂ ਦਾ ਉਹਨਾਂ ਦਾ ਬੋਲਬਾਲਾ ਜਿਹੜੇ ਮੋਦੀ ਪੱਖੀ ਨੇ, ਜਾਂ ਜਿਵੇਂ ਕਿਸਾਨਾਂ ਦੇ ਮਸਲੇ 'ਚ ਅਸੀਂ ਵੇਖਿਆ ਜਿਨ੍ਹਾਂ ਨੇ ਕਿਸਾਨਾਂ ਦੇ ਉਲਟ ਸਟੈਂਡ ਲਏ ਔਰ ਉਹਨਾਂ ਨੇ ਮੋਦੀ ਦੇ ਹੱਕ 'ਚ ਸਟੈਂਡ ਲਏ, ਤੇ ਕਿਵੇਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਬਾਲੀਵੁੱਡ ਦੀ ਬਦਨਾਮੀ ਹੋਈ ਹੈ। ਸੋ ਬਹੁਤ ਥੋੜ੍ਹੇ ਲੋਕ ਨੇ। ਸੋ ਮੈਂ ਸਮਝਦਾ ਜੇ ਕਰੀਨਾ ਕਪੂਰ ਖਾਨ ਥੋੜ੍ਹੇ ਜਿਹੇ 2 ਕਦਮ ਅੱਗੇ ਜਾ ਕੇ ਉਹ ਕੰਮ ਕਰੇ ਤਾਂ ਉਸ ਦੀ ਇੱਜ਼ਤ ਹੋਰ ਵਧੇਗੀ। ਬਾਕੀ ਦੇ ਜਿਹੜੇ ਇਹਦੇ ਪਹਿਲੂ ਹੈ ਬੁੱਕ ਦੇ, ਲੋਕ ਬਾਰੀਕੀ ਨਾਲ ਜਦੋਂ ਦੇਖਣਾ ਚਾਹੁੰਦੇ ਨੇ, ਦਰਸ਼ਕ ਜਿਹੜੇ ਨੇ ਇਸ ਬੁੱਕ ਨੂੰ ਪੜ੍ਹਨਾ ਚਾਹੁੰਦੇ ਨੇ, ਤੇ ਕਦੋਂ ਲਾਂਚ ਕਰਨ ਜਾ ਰਹੇ ਹੋ ਔਰ ਕਿੱਥੇ ਲਾਂਚ ਕਰਨ ਜਾ ਰਹੇ ਹੋ? ਇੱਕ ਬੁੱਕ ਕਦੋਂ ਅਵੇਲੇਬਲ ਹੋਏਗੀ? ਬਿਲਕੁਲ ਜੀ, ਐਤਵਾਰ ਨੂੰ 28 ਨਵੰਬਰ ਨੂੰ ਦੁਪਹਿਰੇ 12 ਵਜੇ, ਜਿਹੜਾ ਸਰੀ ਦੇ ਵਿੱਚ 128 ਸਟਰੀਟ ਤੇ 83 ਐਵਨਿਊ ਦੇ ਖੁੰਝੇ ਤੇ ਛੋਟਾ ਜਿਹਾ ਪਲਾਜ਼ਾ, ਮੇਡ ਇਨ ਇੰਡੀਆ ਪਲਾਜ਼ਾ, ਉੱਥੇ ਬਕਾਇਦਾ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਉਹਨਾਂ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਹੋਈ ਹੈ। ਉੱਥੇ ਇਹ ਸਮਾਗਮ ਹੋ ਰਿਹਾ ਦੁਪਹਿਰੇ 12 ਵਜੇ 28 ਨਵੰਬਰ ਨੂੰ ਐਤਵਾਰ ਨੂੰ। ਮਿਹਰਬਾਨੀ, ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।